ਵਾਲੇਕੁਮ ਜੀ। ਇੱਥੇ ਬਾਕੀ ਜਮਾਤ ਦਾ ਬੜਾ ਹੁਣ ਰੋਇਆ ਜਾਂਦਾ ਔਰ ਪਿੱਟਿਆ ਜਾਂਦਾ ਕਿ ਜੀ ਸਾਡੀ ਜਮਾਤ ਜਿਹੜੀ ਉਹ ਵਫਾਕੀ ਜਮਾਤ ਹੈ। ਨੂਨ ਲੀਗ ਵੀ ਇਹ ਦਾਵਾ ਕਰਦੀ ਹੈ, ਸਾਰਿਆਂ ਨੂੰ ਪਤਾ ਝੂਠਾ ਦਾਵਾ ਹੈ। ਪੀਪਲਸ ਪਾਰਟੀ ਦਾ ਵੀ ਹਾਲੀਆ ਦਾਵਾ ਤੇ ਸਾਡੀ ਜਿਹੜੀ ਜਮਾਤ ਹੈ ਉਹ ਝੂਠਾ ਹੀ ਦਾਵਾ ਹੈ। ਅਸੀਂ ਕੋਈ ਵਫਾਕੀ ਜਮਾਤ ਨਹੀਂ ਰਹਿ ਗਏ। ਅਸੀਂ ਵਫਾਕੀ ਜਮਾਤ ਹੋਈਏ ਤੇ ਸਾਡੀ ਪੰਜਾਬ ਦੀ ਨੁਮਾਇੰਦਗੀ ਵੀ ਹੋਵੇ ਔਰ ਪੰਜਾਬ ਦਾ ਮੁਕੱਦਮਾ ਵੀ ਅਸੀਂ ਕਿਤੇ ਨਾ ਕਿਤੇ ਲੜੀਏ। ਇਹ ਕਿਸ ਤਰ੍ਹਾਂ ਤੁਸੀਂ ਸੋਚ ਸਕਦੇ ਹੋ ਕਿ ਇੱਕ ਪੂਰਾ ਸੂਬਾ, ਇੱਕ ਪੂਰੀ ਕੌਮ ਹਰ ਮੁੱਦੇ ਦੇ ਉੱਤੇ ਹੀ ਗਲਤ ਹੋਏਗੀ, ਹਰ ਸਟਾਂਸ ਹੀ ਉਹਦਾ ਗਲਤ ਹੋਏਗਾ, ਉਹਦੇ ਕੌਮ ਪ੍ਰਸਤੀ ਨਾਲ ਜੁੜੇ ਲੋਕਾਂ ਦਾ ਹਰ ਮੌਕਫ ਹੀ ਗਲਤ ਹੋਏਗਾ? ਮੁਮਕਿਨ ਹੀ ਨਹੀਂ, ਹਿਊਮਨਲੀ ਪੋਸੀਬਲ ਨਹੀਂ। ਸਿੰਧ ਵਿੱਚ ਸਾਰੇ ਮੁੱਦੇ ਜਿਹੜੇ ਨੇ ਉਹ ਸਿੰਧੀਆਂ ਦੇ, ਸਿੰਧੀ ਕੌਮ ਪ੍ਰਸਤਾਂ ਦੇ ਉਹ ਗਲਤ ਥੋੜ੍ਹੀ ਨੇ, ਉਹ ਲੱਗੇ ਨੇ ਨਾਲ ਔਰ ਪੀਪਲਸ ਪਾਰਟੀ ਸਿੰਧ ਉਹਨਾਂ ਨੂੰ ਸਪੋਰਟ ਵੀ ਕਰਦੀ ਹੈ। ਬਹਰਹਾਲ ਅੱਜ ਕੱਲ੍ਹ ਰਜ਼ੀ ਦਾਦੇ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਪਾਸੇ ਨੂਨ ਲੀਗ ਦੀ ਕਿਆਦਤ ਨੇ ਉਹਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸਿੰਧੀਆਂ ਦੇ ਕਹਿਣ ਤੇ, ਬਕੌਲ ਉਹਨਾਂ ਦੇ ਸੈਂਟਰਸ ਦੇ ਵਜ੍ਹਾ ਤੋਂ, ਔਰ ਦੂਜੇ ਪਾਸੇ ਉਹਨਾਂ ਪੂਰੀ ਸੋਸ਼ਲ ਮੀਡੀਆ ਟੀਮ ਜਿਹੜੀ ਹੈ ਨੂਨ ਲੀਗ ਦੀ ਪਟਵਾਰੀਆਂ ਦੀ, ਉਹ ਉਹਨੂੰ ਹੀਰੋ ਬਣਾ ਰਹੀ ਹੈ ਅੱਜ ਕੱਲ੍ਹ। ਯਾਨੀ ਉਹਨੂੰ ਸੋਸ਼ਲ ਮੀਡੀਆ ਟੀਮ ਦਾ ਹੈੱਡ ਹੀ ਇੱਕ ਤਰ੍ਹਾਂ ਅਨਆਫੀਸ਼ੀਅਲ ਹੈੱਡ ਬਣਾ ਦਿੱਤਾ ਗਿਆ ਔਰ ਉਹਦੀ ਪੂਰੀ ਹੀਰੋ ਮੇਕਿੰਗ ਹੋ ਰਹੀ ਹੈ। ਔਰ ਮੁਮਕਿਨ ਹੈ ਕਿ ਅਯਾਜ਼ ਮੀਰ ਤਰ੍ਹਾਂ ਅਗਲੇ ਇਲੈਕਸ਼ਨ 'ਚ ਕਿਤੇ ਉਹ MNA ਦਾ ਇਲੈਕਸ਼ਨ ਵੀ ਲੜ ਲੈ। ਜਿੰਨੇ ਪਟਵਾਰੀ ਅਕਾਊਂਟ ਨੇ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਪੰਜਾਬੀ ਨੈਸ਼ਨਲਿਸਟ ਵੀ ਕਹਿੰਦੇ ਨੇ, ਐਟ ਦ ਸੇਮ ਟਾਈਮ ਉਹਨਾਂ ਦੀ ਪੂਰੀ ਅੱਜ ਕੱਲ੍ਹ ਕੋਸ਼ਿਸ਼ ਹੈ ਕਿ ਉਹ ਰਜ਼ੀ ਦਾਦੇ ਨੂੰ ਪੰਜਾਬ ਦਾ ਸਭ ਤੋਂ ਉੱਚਾ ਅਤੇ ਵੱਡਾ ਸੂਰਮਾ ਅਤੇ ਸੂਝਵਾਨ ਅਤੇ ਸਾਰਿਆਂ ਤੋਂ ਵੱਡਾ ਸੁਹਾਫੀ, ਅਣਖੀ ਪੁੱਤਰ ਅਤੇ ਰਾਖਾ ਸਾਬਤ ਕਰ ਦੇਣ। ਲੇਕਿਨ ਮੇਰਾ ਇਹ ਸਵਾਲ ਹੈ ਕਿ ਚਲੋ ਰਾਖਾ ਹੋ ਗਿਆ ਪੰਜਾਬ ਦੀ ਗੱਲ ਦੇ ਉੱਤੇ। ਸੱਚੀ ਗੱਲ ਹੈ, ਜੇ ਲਾਹੌਰ ਦੀ ਗੱਲ ਕਦੀ ਵੀ ਹੋਏਗੀ, ਲਾਹੌਰ ਵਰਸਸ ਪੰਜਾਬ, ਤੇ ਮੈਂ ਪੰਜਾਬ ਨਾਲ ਖਲੋਵਾਂਗਾ, ਮੈਂ ਕਦੀ ਲਾਹੌਰ ਨਾਲ ਨਹੀਂ ਖਲੋਵਾਂਗਾ, ਹਾਲਾਂਕਿ ਮੇਰੀ ਪਤਾਇਸ਼ ਲਾਹੌਰ ਦੀ। ਲੇਕਿਨ ਜੇ ਗੱਲ ਹੋਏਗੀ ਲਾਹੌਰ ਵਰਸਸ ਕਿਸੇ ਅਦਰ ਸਿਟੀਜ਼ ਜਿਹੜੇ ਕਿ ਸਾਡੇ ਸੂਬੇ ਤੋਂ ਬਾਹਰ ਨੇ, ਜਾਂ ਪੰਜਾਬ ਵਰਸਸ ਅਦਰ ਪ੍ਰੋਵਿੰਸਿਸ, ਤੇ ਮੈਂ ਹਮੇਸ਼ਾ ਪੰਜਾਬ ਨਾਲ ਖਲੋਵਾਂਗਾ ਔਰ ਸਿਰਫ ਹੱਕ ਸੱਚ ਦੇ ਮੁੱਦੇ ਦੇ ਉੱਤੇ ਖਲੋਵਾਂਗੇ ਔਰ ਉਹ ਨਹੀਂ ਬੜਾ। ਲੇਕਿਨ ਮੈਂ ਇਹ ਪੁੱਛਣਾ ਚਾਹੁੰਦਾ ਰਜ਼ੀ ਦਾਦੇ ਕੋਲੋਂ, ਜਿਹਨੂੰ ਇਹ ਹੀਰੋ ਬਣਾਉਣ ਦੀ ਪੂਰੀ ਇੱਕ ਬਾਕਾਇਦਾ ਮੁਨਜ਼ਮ ਕਿਸਮ ਦੀ ਕੈਂਪੇਨ ਚੱਲ ਰਹੀ ਹੈ, ਮੈਂ ਪੁੱਛਣਾ ਚਾਹਾਂਗਾ ਕਿ ਸਹਾਫਤ ਦੇ ਦਾਦਾ ਸਾਹਿਬ, ਤੁਸੀਂ ਪੀਪਲਸ ਪਾਰਟੀ ਦੇ ਖਿਲਾਫ ਵੀ ਬੋਲਦੇ ਹੋ ਔਰ ਪੰਜਾਬੀ ਨੈਸ਼ਨਲਿਸਟ ਜਿਹੜਾ ਪਟਵਾਰੀ ਨੈਸ਼ਨਲਿਸਟ ਹੈ ਬੇਸਿਕਲੀ, ਉਹ ਤੁਹਾਨੂੰ ਹੀਰੋ ਵੀ ਬਣਾ ਰਿਹਾ ਪੰਜਾਬ ਦਾ। ਤੁਸੀਂ ਕੀ ਅੱਜ ਤੱਕ ਆਪਣੀ ਕਿਆਦਤ ਨੂੰ, ਨੂਨ ਲੀਗ ਦੀ ਕਿਆਦਤ ਨੂੰ, ਮੀਆਂ ਨਵਾਜ਼ ਸ਼ਰੀਫ ਨੂੰ, ਮਰੀਮ ਬੀਬੀ ਨੂੰ ਜਾਂ ਮੀਆਂ ਸ਼ਹਬਾਜ਼ ਸ਼ਰੀਫ ਸਾਹਿਬ ਨੂੰ, ਇਹਨਾਂ ਨੂੰ ਪੁੱਛਿਆ ਕਿ ਇਹ ਜਿਹੜੀ 7 ਸੀਟਾਂ ਵਾਲੀ ਪੀਪਲਸ ਪਾਰਟੀ ਹੈ, ਇਹਨੇ ਪੰਜਾਬ ਅਸੈਂਬਲੀ ਵਿੱਚੋਂ ਨਵੇਂ ਸੂਬਿਆਂ ਦੀ ਕਰਾਰਦਾਦ ਕਿੰਜ ਮੁਤਫਿਕਾ ਤੌਰ 'ਤੇ ਪਾਸ ਕਰਵਾ ਲਈ ਔਰ ਤੁਸੀਂ ਕਿਵੇਂ ਹੋਣ ਦਿੱਤੀ 2-2.5 ਅਕਸਰੀਅਤ ਵਾਲਿਆਂ ਨੇ? ਜਾਂ ਜਿਹੜੇ ਯੂਥੀਏ ਨੇ, ਜਿਹੜੇ ਫਵਾਦ ਚੌਧਰੀ ਦੀ, ਮੁਸਤਫਾ ਨਵਾਜ਼ ਖੋਖਰ ਦੀ ਅੱਜ ਕੱਲ੍ਹ ਗੁੱਡੀ ਚੜ੍ਹਾ ਰਹੇ ਨੇ, ਉਹ ਮੈਨੂੰ ਦੱਸ ਦੇਣ ਕਿ ਜਦੋਂ ਇਹ ਮੁਤਫਿਕਾ ਕਰਾਰਦਾਦਾਂ ਦੀਆਂ ਪਾਸ ਹੋ ਰਹੀਆਂ ਸਨ ਪੰਜਾਬ ਦੀ ਵੰਡ ਦੀਆਂ, ਤੇ ਉਸ ਵੇਲੇ ਉਹ ਕਿੱਥੇ ਸੁੱਤੇ ਸਨ। ਇੱਕ ਗੱਲ ਤੁਹਾਨੂੰ ਦੱਸ ਦਿਆਂ ਕਿ ਸਭ ਤੋਂ ਔਖੀ ਕਰਾਰਦਾਦ, ਅਗਰ ਕੋਈ ਵੀ ਸਭ ਤੋਂ ਔਖੀ ਆਇਨ ਦੀ ਬੁਨਿਆਦੀ ਸ਼ਿਕਾਂ ਨੂੰ ਵੀ ਤਬਦੀਲ ਕਰਨ ਤੋਂ ਔਖੀ ਕਰਾਰਦਾਦ ਜਿਹੜੀ ਹੈ, ਉਹ ਨਵੇਂ ਸੂਬੇ ਦੀ ਕਰਾਰਦਾਦ ਹੈ। 2/3 ਮੈਜੋਰਟੀ ਨਾਲ ਉਹ ਪਾਸ ਹੁੰਦੀ ਹੈ। ਮਜ਼ਕੂਰਾ ਸੂਬਾ ਜਿੰਦੀ ਵੰਡ ਕਰਨੀ ਹੋਵੇ ਉਹਦੀ ਅਸੈਂਬਲੀ 'ਚੋਂ, ਉਸ ਅਸੈਂਬਲੀ ਦੇ ਵਿੱਚ ਕਮ ਅਜ਼ ਕਮ ਵੀ ਨਹੀਂ ਤੇ 97% ਜਿਹੜੇ ਪਾਰਲੀਮੈਂਟੇਰੀਅਨ ਸਨ, ਜਿਹੜੇ ਅਰਕਾਨੇ ਅਸੈਂਬਲੀ ਸਨ, ਉਹ ਨੂਨ ਲੀਗ ਤੇ PTI ਦੇ ਸਨ। ਪੰਜਾਬ ਅਸੈਂਬਲੀ ਦੀ ਗੱਲ ਕਰ ਰਹੇ ਹਾਂ। ਉਸ ਤੋਂ ਬਾਅਦ ਉਹ ਸੈਨੇਟ 'ਚ ਵੀ ਪਾਸ ਹੋਈ, ਮੁਤਫਿਕਾ ਤੌਰ 'ਤੇ ਹੀ ਪਾਸ ਹੋਈ। ਉਸ ਤੋਂ ਬਾਅਦ ਉਹ ਕਰਾਰਦਾਦ ਉਹ ਕੌਮੀ ਅਸੈਂਬਲੀ 'ਚ ਵੀ ਮੁਤਫਿਕਾ ਤੌਰ 'ਤੇ ਹੀ ਪਾਸ ਹੋਈ। ਚਲੋ ਪੀਪਲਸ ਪਾਰਟੀ ਤਾਂ ਕਰਦੀ, ਤੁਸੀਂ ਪੰਜਾਬ ਦੀ ਦੁਸ਼ਮਣ ਬਣਾ ਲਈ ਕਿਉਂਕਿ ਉਹ ਤੁਹਾਡਾ ਪ੍ਰੋਪੇਗੈਂਡਾ ਹਮੇਸ਼ਾ ਤੋਂ ਚੱਲਦਾ ਹੈ। ਚਲੋ ਠੀਕ ਹੈ, ਅਸੀਂ ਵੀ ਉਹਨੂੰ ਇੱਕ ਹੱਦ ਤੱਕ ਦਰੁਸਤ ਸਮਝਦੇ ਹਾਂ ਕਿ ਪੀਪਲਸ ਪਾਰਟੀ ਨੂੰ ਚਾਹੀਦਾ ਸੀ ਪਾਕਿਸਤਾਨ ਦੀ ਸਭ ਤੋਂ ਵੱਡੀ ਜਮਹੂਰੀ ਅਕਸਰੀਅਤ ਨੂੰ ਉਹਦੀ ਹੈਸੀਅਤ ਦੇ ਮੁਤਾਬਕ ਉਹਦਾ ਹੱਕ ਦਿੰਦੀ, ਉਹਦੀ ਆਵਾਜ਼ ਦਿੰਦੀ, ਉਹਨੂੰ ਇੰਨਾ ਕੁ ਇਖਤਿਆਰ ਦਿੰਦੀ ਕਿ ਉਹ ਆਪਣੀ ਗੱਲ ਆਪ ਵੀ ਕਰ ਸਕਦੀ, ਨਾ ਕਿ ਉੱਥੋਂ ਸਿੰਧ 'ਚੋਂ ਸਾਡੀਆਂ ਪਾਲਿਸੀਆਂ ਬਣ ਕੇ ਆਉਣੀਆਂ ਪੀਪਲਸ ਪਾਰਟੀ ਪੰਜਾਬ ਦੀਆਂ, ਅਤੇ ਇੱਥੇ ਕੰਪਰੋਮਾਈਜ਼ਡ ਕਿਆਦਤ ਜਿਹੜੀ ਹੈ ਉਹ ਸਾਡੇ ਮਨੋਆਨ ਉਹਨਾਂ 'ਤੇ ਅਮਲ ਕਰਦੀ। ਲੇਕਿਨ ਇਹ ਤਾਂ ਵੇਖੋ ਨਾ ਕਿ ਇਹ ਜਿਹੜੀਆਂ ਪੰਜਾਬ ਦੀਆਂ ਬੈਨੀਫਿਸ਼ਰੀ ਨੇ, ਜਿਨ੍ਹਾਂ ਨੂੰ ਹੁਣ ਪੰਜਾਬ 'ਚੋਂ ਸੀਟਾਂ ਲੱਭਦੀਆਂ ਨੇ, ਪੀਪਲਸ ਪਾਰਟੀ ਤਾਂ ਹੁਣ ਉਹ ਸੈਂਡ ਬੈਗ ਰਹਿ ਗਿਆ, ਉਹ ਰੇਤ ਦਾ ਬੋਰਾ ਰਹਿ ਗਿਆ ਜਿਹਨੂੰ ਮੁੱਕਾ ਮਾਰ ਕੇ
ਮੁੱਕੇ ਮਾਰ ਕੇ ਗੁੱਸਾ ਲਾਇਆ ਜਾਂਦਾ। ਨਹੀਂ ਤਾਂ ਸਾਡੀ ਸਟੇਕ ਕੀ ਰਹਿ ਗਈ ਹੈ ਪੀਪਲਸ ਪਾਰਟੀ ਦੀ ਪੰਜਾਬ 'ਚ? ਨਾ ਸਾਡੇ ਕੋਲ ਸੀਟਾਂ ਰਹਿ ਗਈਆਂ ਪੰਜਾਬ 'ਚ, ਨਾ ਸਾਡੇ ਕੋਲ ਵੋਟਾਂ ਰਹਿ ਗਈਆਂ ਪੰਜਾਬ 'ਚ। ਲੇਕਿਨ ਜਿਨ੍ਹਾਂ ਕੋਲ ਵੋਟਾਂ ਨੇ, ਜਿਨ੍ਹਾਂ ਕੋਲ ਸੀਟਾਂ ਨੇ, ਔਰ ਜਿਨ੍ਹਾਂ ਨੂੰ ਤੁਸੀਂ ਪੰਜਾਬ ਦਾ ਚੌਧਰੀ ਬਣਾਇਆ, ਠੇਕੇਦਾਰ ਬਣਾਇਆ, ਸੂਰਮਾ ਬਣਾਇਆ, ਜਿਨ੍ਹਾਂ ਦੇ ਆਉਣ ਤੇ ਢੋਲ ਵਜਾਉਂਦੇ ਜੇ, ਉਹਨਾਂ ਕੋਲੋਂ ਤਾਂ ਪੁੱਛੋ ਤੁਸੀਂ ਕਾਣੇ ਸਾਜੇ ਪੀਪਲਸ ਪਾਰਟੀ ਦੇ? ਤੁਸੀਂ ਕਿਉਂ ਕਰਾਰਦਾਦਾਂ ਪਾਸ ਕੀਤੀਆਂ? ਕੀ ਸਿੰਧ ਅਸੈਂਬਲੀ ਦੇ ਵਿੱਚ ਪੀਪਲਸ ਪਾਰਟੀ ਕੋਲੋਂ ਇੰਜ ਦੀ ਕੋਈ ਕਰਾਰਦਾਦ ਪਾਸ ਕਰਵਾ ਸਕਦਾ? ਇਹ ਡੰਗਰ ਨੇ, ਡੰਗਰ ਜਿਹੜੇ ਲੋਕ ਨੂਨ ਲੀਗ ਦੇ ਪਟਵਾਰੀਆਂ ਦੇ ਇਸ ਪ੍ਰੋਪੇਗੈਂਡਾ ਦਾ ਸ਼ਿਕਾਰ ਹੁੰਦੇ ਪਏ ਨਾ ਪੰਜਾਬੀ, ਮੈਂ ਇਹਨਾਂ ਸਾਰਿਆਂ ਨੂੰ ਮੂੰਹ ਤੇ ਕਹਿਣਾ, ਤੁਸੀਂ ਡੰਗਰ ਹੋ, ਤੁਸੀਂ ਜਾਨਵਰ ਹੋ, ਤੁਸੀਂ ਬਗੈਰ ਦਿਮਾਗ ਤੋਂ ਜੰਮੇ ਹੋ। ਤੁਹਾਡੇ 'ਚ ਦਿਮਾਗ ਹੁੰਦਾ ਤੇ ਤੁਸੀਂ ਇਹ ਸਵਾਲ ਕਰਦੇ। ਸਾਰਿਆਂ ਤੋਂ ਪਹਿਲਾਂ ਸਵਾਲ ਹੀ ਇਹਨਾਂ ਤੇ ਬਣਦਾ, ਨੂਨ ਲੀਗ ਨਾ ਚਾਹੁੰਦੀ ਤੇ ਕਰਾਰਦਾਦ 2-2.5 ਅਕਸਰੀਅਤ ਦੂਰ ਦੀ ਗੱਲ, ਸਿੰਪਲ ਮੈਜੋਰਿਟੀ ਵੀ ਨਾ ਲੈ ਪਾਉਂਦੀ। ਉਹਨੂੰ ਸਿੰਪਲ ਮੈਜੋਰਿਟੀ ਵੀ ਨਹੀਂ ਮਿਲ ਸਕਦੀ ਸੀ ਕਿਉਂਕਿ ਮੈਜੋਰਿਟੀ ਨੂਨ ਲੀਗ ਦੀ ਸੀ। ਉਸ ਤੋਂ ਬਾਅਦ ਵੱਡੀ ਅਕਸਰੀਅਤ ਸੀ ਪੀਟੀਆਈ ਦੀ।